ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਬਾਰੇ ਤੇ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਪੰਜਾਬ ਦੀਆਂ ਐਸੀਆਂ ਕਈ ਪੰਥਕ ਸੀਟਾਂ ਨੇ ਜਿੱਥੋਂ ਅਕਾਲੀ ਦਲ ਦੀ ਨੁਮਾਇੰਦਗੀ ਲਗਾਤਾਰ ਨਦਾਰਦ ਹੈ, ਘਟਦੀ ਜਾ ਰਹੀ ਹੈ। ਇਹਨਾਂ ਪੰਥਕ ਸੀਟਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਹੈ ਜਿਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਇਹਦੇ ਨਾਲ 2014 ਤੇ 2019 ਦੇ ਲੋਕ ਸਭਾ ਚੋਣਾਂ ਨਤੀਜਿਆਂ ਦੇ ਵਿੱਚ ਫਰਕ ਦੇਖਾਂਗੇ ਕਿ ਕਿਵੇਂ ਅਕਾਲੀ ਦਲ ਦਾ ਜਿਹੜਾ ਧਰਾਤਲ ਸਿਆਸੀ ਰਸਾਤਲ ਤੇ ਅਕਾਲੀ ਦਲ ਕਿਵੇਂ ਤਿਲਕਦਾ ਤੇ ਅੱਜ ਆਪਾਂ 2024 ਦੇ ਵਿੱਚ ਖੜੇ ਹਾਂ। ਪਰ ਅਕਾਲੀ ਦਲ ਜਿਹੜੀ ਕਿ ਪੰਥਕ ਜਮਾਤ ਮੰਨੀ ਜਾਂਦੀ ਹੈ ਤੇ ਪੰਥਕ ਸੀਟਾਂ ਉੱਤੇ ਉਹਦਾ ਕਿਹੋ ਜਿਹਾ ਦਬਦਬਾ ਜਾਂ ਪੰਥਕ ਹਲਕਿਆਂ ਦੇ ਜਿਹੜੇ ਵੋਟਰ ਨੇ ਉਹ ਵੀ ਕੀ ਇਹੀ ਸੋਚਦੇ ਨੇ ਕਿ ਅਕਾਲੀ ਦਲ ਪੰਥਕ ਜਮਾਤ ਹੈ ਤੇ ਅਸੀਂ ਪੰਥਕ ਜਮਾਤ ਦੇ ਬੰਦੇ ਨੂੰ ਉਮੀਦਵਾਰ ਨੂੰ ਜਿਤਾਈਏ। ਤੇ ਜੇ ਉਹ ਨਹੀਂ ਸੋਚਦੇ ਤਾਂ ਇਹ ਅਕਾਲੀ ਦਲ ਦੇ ਲਈ ਵੱਡਾ ਸਵਾਲ ਹੈ, ਕਿਉਂਕਿ ਉਹਦਾ ਆਧਾਰ ਤੇ ਭਰੋਸੇਯੋਗਤਾ ਕਿਉਂ ਖੁੱਸੀ ਹੈ। ਕਿਉਂਕਿ ਜੇ ਉਹ ਵਾਕਈ ਲੋਕ ਸੋਚਦੇ ਨੇ ਕਿ ਅਕਾਲੀ ਦਲ ਸਾਡੀ ਪੰਥਕ ਜਮਾਤ ਹੈ ਤਾਂ ਫਿਰ ਉਹ ਵੋਟਾਂ ਕਿਉਂ ਨਹੀਂ ਪਾਉਂਦੇ। ਦੋਵਾਂ ਹੀ ਹਾਲਾਤਾਂ ਦੇ ਵਿੱਚ ਚਾਹੇ ਉਹ ਅਕਾਲੀ ਦਲ ਨੂੰ ਵੋਟਾਂ ਨਹੀਂ ਪੈ ਰਹੀਆਂ, ਚਾਹੇ ਅਕਾਲੀ ਦਲ ਉਹ ਇਸ ਕਰਕੇ ਨਹੀਂ ਪੈ ਰਹੀਆਂ ਕਿਉਂਕਿ ਉਹ ਪੰਥਕ ਜਮਾਤ ਨਹੀਂ ਰਹੀ, ਜਾਂ ਇਸ ਕਰਕੇ ਨਹੀਂ ਪੈ ਰਹੀਆਂ ਕਿਉਂਕਿ ਉਹ ਪੰਥਕ ਜਮਾਤ ਤਾਂ ਹੈ ਪਰ ਪੰਥਕ ਮਸਲਿਆਂ 'ਤੇ ਉਹਨਾਂ ਦੀ ਅਪਰੋਚ ਦਾ ਸਵਾਲ ਹੈ। ਤਾਂ ਦੋਨਾਂ ਹੀ ਮਸਲਿਆਂ ਦੇ ਵਿੱਚ, ਦੋਨਾਂ ਹੀ ਹਾਲਾਤਾਂ ਦੇ ਵਿੱਚ ਅਕਾਲੀ ਦਲ ਦੀ ਭਰੋਸੇਯੋਗਤਾ ਵਰਕਿੰਗ 'ਤੇ ਸਵਾਲ ਉੱਠੇਗਾ ਤੇ ਉੱਠਣਾ ਸੁਭਾਵਿਕ ਹੈ ਕਿ ਲੋਕਾਂ ਨੂੰ ਲੱਗਦਾ ਕਿ ਇਹ ਸਾਡੀ ਗੱਲ ਦਿੱਲੀ ਜਾ ਕੇ ਨਹੀਂ ਕਰ ਸਕਣਗੇ। ਪਰ ਸਵਾਲ ਤਾਂ ਇਹ ਵੀ ਉੱਠੂਗਾ ਨਾ ਫਿਰ ਕਿ ਲੋਕ ਪੰਥਕ ਜਮਾਤ ਤੋਂ ਦੂਰ ਕਿਉਂ ਹੋਏ। ਅਕਾਲੀ ਦਲ ਤੋਂ ਦੂਰੀ ਦਾ ਕਾਰਨ ਕੀ ਹੈ? ਕਿ ਅਕਾਲੀ ਦਲ ਦੀ ਫੰਕਸ਼ਨਿੰਗ 'ਚ ਕੋਈ ਫਰਕ ਹੈ? ਕਿ ਅਕਾਲੀ ਦਲ ਨੁਮਾਇੰਦਗੀ ਛੱਡ ਗਿਆ ਪੰਥਕ ਮਸਲਿਆਂ ਦੀ? ਤਾਂ ਇਹਨਾਂ ਸਾਰੇ ਸੰਦਰਭਾਂ ਨੂੰ ਜਾਣਨ ਦੇ ਲਈ, ਇਹਨਾਂ ਸਾਰੇ ਸਵਾਲਾਂ ਨੂੰ ਜਾਣਨ ਦੇ ਲਈ ਸਾਨੂੰ ਪਹਿਲਾਂ ਇਹ ਐਨਾਲਿਸਿਸ ਕਰਨਾ ਪੈਣਾ, ਇਹ ਪੜਚੋਲ ਕਰਨੀ ਪੈਣੀ ਹੈ ਕਿ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਾਹਿਬ ਜਾਂ ਮੌਜੂਦਾ ਅਕਾਲੀ ਦਲ ਦੀ ਪੰਥਕ ਮਾਮਲਿਆਂ 'ਤੇ ਜਿਹੜੀ ਸਟੈਂਡ ਹੈ ਜਾਂ ਕਹਿ ਲਓ ਕਿ ਜਾਂ ਅਪਰੋਚ ਆ ਉਹ ਕਿਹੋ ਜਿਹੀ ਹੈ। ਜਦੋਂ ਜੇਕਰ ਅਕਾਲੀ ਦਲ ਦਾ ਪ੍ਰਧਾਨ ਇੱਕ ਸਾਬਕਾ ਕਾਰਜਕਾਰੀ ਜਥੇਦਾਰ ਦੇ ਐਨਕਾਊਂਟਰ ਦੇ ਰਿਪੋਰਟ ਦੇ ਬਾਰੇ ਉਹ ਚੁੱਪ ਰਹੂਗਾ, ਜੇਕਰ ਅਕਾਲੀ ਦਲ ਦਾ ਪ੍ਰਧਾਨ ਬੰਦੀ ਸਿੰਘਾਂ ਦੇ ਮਾਮਲੇ 'ਤੇ ਚੁੱਪ ਰਹੂਗਾ, ਜਦੋਂ ਸੱਤਾ ਦੇ ਵਿੱਚ ਉਦੋਂ ਚੁੱਪ ਤੇ ਜਦੋਂ ਵਿਰੋਧੀ ਧਿਰ ਦੇ ਵਿੱਚ ਉਦੋਂ ਮਾੜਾ ਮੋਟਾ ਬਾਹਰ ਬੋਲਣਾ, ਜੇਕਰ ਅਕਾਲੀ ਦਲ ਦਾ ਪ੍ਰਧਾਨ SGPC ਦੇ ਅਹਿਮ ਮਸਲਿਆਂ 'ਤੇ ਚੁੱਪ ਰਹੂਗਾ, ਜੇਕਰ ਉਹਨੂੰ ਟਾਈਮ ਨਹੀਂ ਮਿਲ ਰਿਹਾ ਕੇਂਦਰ ਸਰਕਾਰ ਨੂੰ ਮਿਲਣ ਦਾ ਨੁਮਾਇੰਦਿਆਂ ਨੂੰ SGPC ਦਿਆਂ ਨੂੰ, ਤਾਂ ਫਿਰ ਵੀ ਅਕਾਲੀ ਦਲ ਦਾ ਪ੍ਰਧਾਨ ਚੁੱਪ ਹੈ, ਤਾਂ ਫਿਰ ਜਿਸ ਦਿਨ ਲੋਕ ਵੋਟਾਂ ਪਾਉਣਗੇ, ਜਿਸ ਦਿਨ ਉਹ ਬੋਲਣਗੇ ਤਾਂ ਤੁਹਾਡੇ ਹੱਕ 'ਚ ਨਹੀਂ ਬੋਲਣਗੇ ਕਿਉਂਕਿ ਤੁਸੀਂ ਉਹਨਾਂ ਵਾਰੀ ਨਹੀਂ ਬੋਲੇ। ਸੋ ਇੱਕ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਵਾਰ ਜਿਹੜੀ ਚੌਥੀ ਵਾਰ ਲੋਕ ਸਭਾ ਚੋਣ ਹੋਣ ਜਾ ਰਹੀ ਹੈ ਤੇ 2008 ਦੇ ਵਿੱਚ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਦੀ ਨਵੇਂ ਸਿਰਿਓਂ ਵਿਉਂਤਬੰਦੀ ਕੀਤੇ ਜਾਣ ਤੇ ਹਲਕਾ ਹੋਣ ਦੇ ਵਿੱਚ ਆਇਆ। ਇਸ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ, ਖੰਨਾ ਹੈ, ਸਮਰਾਲਾ, ਪਾਇਲ ਹੈ, ਫਤਿਹਗੜ੍ਹ ਸਾਹਿਬ ਹੈ, ਬੱਸੀ ਪਠਾਣਾ, ਅਮਲੋਹ, ਸਾਹਨੇਵਾਲ, ਰਾਏਕੋਟ ਤੇ ਅਮਰਗੜ੍ਹ। ਦਿਲਚਸਪ ਗੱਲ ਇਹ ਹੈ ਕਿ ਫਤਿਹਗੜ੍ਹ ਸਾਹਿਬ ਜਿਹੜੀ ਕਿ ਪੰਥਕ ਸੀਟ ਮੰਨੀ ਜਾਂਦੀ ਹੈ, ਇਹ ਤੋਂ ਅਕਾਲੀ ਦਲ ਇੱਕ ਵਾਰੀ ਵੀ ਨਹੀਂ ਜਿੱਤ ਸਕਿਆ। ਸਾਰੇ ਵਿਧਾਇਕ ਹੁਣ ਆਪ ਪਾਰਟੀ ਦੇ ਜਿੰਨੇ ਵੀ ਹਲਕੇ ਦੇ ਵਿੱਚ ਪੈਂਦੇ ਨੇ ਵਿਧਾਨ ਸਭਾ, ਤੇ ਫਤਿਹਗੜ੍ਹ ਸਾਹਿਬ ਦਾ ਹਲਕਾ ਬੇਸ਼ੱਕ ਪੰਥਕ ਹਲਕਾ ਗਿਣਿਆ ਜਾਂਦਾ ਪਰ ਹਲਕਾ ਬੰਦੀ ਮਗਰੋਂ ਪੰਥਕ ਹੋਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਥੋਂ ਕੋਈ ਚੋਣ ਨਹੀਂ ਜਿੱਤ ਸਕੀ। ਫਤਿਹਗੜ੍ਹ ਸਾਹਿਬ ਹਲਕੇ ਤੋਂ ਹੁਣ ਤੱਕ 3 ਚੋਣਾਂ ਹੋਈਆਂ ਨੇ। ਸਾਲ 2009 ਦੇ ਵਿੱਚ ਸੁਖਦੇਵ ਸਿੰਘ ਲਿਬੜਾ ਪਹਿਲੀ ਵਾਰ ਸੰਸਦ ਮੈਂਬਰ ਬਣੇ ਸੀ ਜੋ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਸੀ। 2014 ਦੀਆਂ ਚੋਣਾਂ ਦੇ ਵਿੱਚ ਆਪ ਦੇ ਹਰਿੰਦਰ ਸਿੰਘ ਖਾਲਸਾ ਚੋਣ ਜਿੱਤੇ ਸੀ, ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 4 ਮੈਂਬਰ ਪਾਰਲੀਮੈਂਟ ਜਿੱਤੇ ਸੀ, ਡਾਕਟਰ ਧਰਮਵੀਰ ਗਾਂਧੀ, ਪ੍ਰੋਫੈਸਰ ਸਾਧੂ ਸਿੰਘ, ਭਗਵੰਤ ਮਾਨ ਤੇ ਡਾਕਟਰ ਹਰਿੰਦਰ ਖਾਲਸਾ। 2019 ਦੇ 2014 ਦੀ ਗੱਲ ਹੈ ਜਦੋਂ ਹਰਿੰਦਰ ਸਿੰਘ ਖਾਲਸਾ ਜਿੱਤਦੇ ਆ ਤੇ 2019 ਦੇ ਵਿੱਚ ਹਲਕੇ ਦੇ ਵੋਟਰਾਂ ਨੇ ਕਾਂਗਰਸ ਦੇ ਡਾਕਟਰ ਅਮਰ ਸਿੰਘ ਬੋਪਾਰਾਏ ਨੂੰ ਸੰਸਦ ਦੇ ਵਿੱਚ ਭੇਜਿਆ। ਸਾਲ 2008 ਦੇ ਵਿੱਚ ਹੋਂਦ ਦੇ ਵਿੱਚ ਆਏ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਪਹਿਲੀ ਵਾਰੀ 2009 ਦੇ ਵਿੱਚ ਸੁਖਦੇਵ ਸਿੰਘ ਲਿਬੜਾ ਜੇਤੂ ਰਹੇ ਸਨ। ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਜਦੋਂ ਹਰਿੰਦਰ ਸਿੰਘ ਖਾਲਸਾ ਜੇਤੂ ਰਹੇ ਸੀ ਤਾਂ ਉਹਨਾਂ ਨੇ ਸਾਧੂ ਸਿੰਘ ਧਰਮਸੋਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ ਟੱਕਰ ਦਿੱਤੀ ਸੀ। ਅਮਰ ਸਿੰਘ ਨੇ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ। ਫਤਿਹਗੜ੍ਹ ਸਾਹਿਬ ਹਲਕੇ ਦੀ ਚੋਣ ਸਿਆਸੀ ਜਮਾਤਾਂ ਲਈ ਚੁਣੌਤੀ ਤੋਂ ਘੱਟ ਨਹੀਂ ਹੈ ਕਿਉਂਕਿ 2014 ਵਾਲਾ ਰੁਤਬਾ ਆਪ ਨੇ ਇੱਥੇ ਬਹਾਲ ਰੱਖਣ ਦੀ ਤਿਆਰੀ ਖਿੱਚੀ ਹੋਈ ਆ। ਹੁਣ ਆਪ ਨੇ ਇੱਥੋਂ GP ਨੂੰ, ਕਾਂਗਰਸ ਦੇ ਜਿਹੜੇ ਪਾਰਟੀ ਛੱਡ ਕੇ ਆਏ ਸੀ ਉਹਨਾਂ ਨੂੰ ਉਮੀਦਵਾਰ ਦੇ ਤੌਰ 'ਤੇ ਮੈਦਾਨ ਦੇ ਵਿੱਚ ਉਤਾਰ ਦਿੱਤਾ। ਉਹ ਬੱਸੀ ਪਠਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨੇ। ਤੇ ਇਸੇ ਤਰ੍ਹਾਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਖਾਲਸਾ, ਉਹਨਾਂ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ। ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਡਾਕਟਰ ਅਮਰ ਸਿੰਘ, ਸ਼ਮਸ਼ੇਰ ਸਿੰਘ ਦੁੱਲੋ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ। ਭਾਜਪਾ ਵੱਲੋਂ ਸਾਬਕਾ SHO ਡਾਕਟਰ ਨਰੇਸ਼ ਖਮਾਣੋ, ਭਗਵਾਨ ਸਿੰਘ, ਬੱਸੀ ਪਠਾਣਾ ਤੋਂ ਦੀਪਕ ਜੋਤੀ ਤੇ ਮੰਡੀ ਗੋਬਿੰਦਗੜ੍ਹ ਦੇ ਧਰਮਪਾਲ, ਸਰਹੰਦ ਦੇ ਸਿੱਧੂਪੁਰ ਤੇ ਰੋਪੜ ਦੇ ਅਮਨ ਕੌਰ ਰਾਏ ਟਿਕਟ ਦੀ ਦੌੜ ਦੇ ਵਿੱਚ ਨੇ। ਪਰ ਤੁਸੀਂ ਦੇਖੋ ਪੰਥਕ ਹਲਕਾ, ਪੰਥਕ ਸੀਟ ਹੈ ਫਤਿਹਗੜ੍ਹ ਸਾਹਿਬ ਦੀ,
ਪਰ ਇਹਦੇ ਤੋਂ ਅਕਾਲੀ ਜਿਹੜਾ ਇੱਕ ਵੀ ਅਕਾਲੀ ਆਗੂ, ਇੱਕ ਵੀ ਅਕਾਲੀ MP ਇੱਥੋਂ ਨਹੀਂ ਜਿੱਤ ਸਕਿਆ। ਤਾਂ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਸਵਾਲ ਖੜੇ ਕੀਤੇ ਸੀ ਕਿ ਲੋਕ ਵੋਟਾਂ ਕਿਉਂ ਨਹੀਂ ਪਾ ਰਹੇ, ਤੁਹਾਨੂੰ ਪੰਥਕ ਜਮਾਤ ਤੁਸੀਂ ਨਹੀਂ ਰਹੇ ਤਾਂ ਨਹੀਂ ਪਾ ਰਹੇ, ਜਾਂ ਉਹਨਾਂ ਦਾ ਤੁਹਾਡੇ ਵਿੱਚ ਭਰੋਸੇਯੋਗਤਾ ਹੈ ਨਹੀਂ ਤਾਂ ਨਹੀਂ ਪਾ ਰਹੇ। ਖੈਰ, ਹੁਣ ਆਪਾਂ ਕਰੀਏ ਗੱਲ ਗੁਰਦਾਸਪੁਰ ਦੀ। ਕਹਿੰਦੇ ਕਿ ਜਿਹੜੇ ਭਾਜਪਾ ਦੇ ਨਾਲ ਗੱਠਜੋੜ ਦੀ ਗੱਲ ਸਿਰੇ ਨਹੀਂ ਚੜੀ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ ਤੇ ਚੋਣ ਲੜ ਰਿਹਾ। ਸੂਬੇ ਦੇ ਕੁਝ ਹੋਰ ਹਲਕਿਆਂ ਦੇ ਨਾਲ ਗੁਰਦਾਸਪੁਰ ਦੇ ਵਿੱਚ ਵੀ ਗੈਰ ਪੰਥਕ ਚਿਹਰਿਆਂ ਨੂੰ ਲੜਾਉਣ ਦੀ ਚਰਚਾ। ਦੱਸਿਆ ਜਾ ਰਿਹਾ ਕਿ ਇੱਥੇ ਜਿਹੜੇ ਪਹਿਲਾਂ ਅਕਾਲੀ ਦਲ ਦੇ ਵਿੱਚ ਦਾਅਵੇਦਾਰ ਸੀਗੇ ਉਹ ਸੀਗੇ ਗੁਰਬਚਨ ਸਿੰਘ ਬੱਬੇਹਾਲੀ, ਸੁੱਚਾ ਸਿੰਘ ਛੋਟੇਪੁਰ ਤੇ ਰਵੀਕਰ ਸਿੰਘ ਕਾਹਲੋਂ। ਪਰ ਹੁਣ ਜਿਹੜੇ ਨਵੇਂ ਨਾਮ ਉੱਭਰ ਕੇ ਆਏ ਆ ਉਹਨਾਂ ਦੇ ਵਿੱਚ ਕਵਿਤਾ ਖੰਨਾ, ਸਵਰਨ ਸਲਾਰੀਆ ਤੇ ਜੋਗਿੰਦਰ ਸਲਾਰੀਆ ਸ਼ਾਮਲ ਨੇ। ਕਵਿਤਾ ਖੰਨਾ ਮਰਹੂਮ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੀ ਪਤਨੀ ਨੇ। ਭਾਜਪਾ ਦੀ ਟਿਕਟ ਦੀ ਦਾਅਵੇਦਾਰੀ ਸੀ, ਉੱਥੇ ਦਿਨੇਸ਼ ਬੱਬੂ ਨੂੰ ਟਿਕਟ ਮਿਲੀ ਹੈ ਜਿਹਦਾ ਲੰਘੇ ਦਿਨੀ ਵਿਰੋਧ ਹੋਇਆ। ਤੇ ਹੁਣ ਕਵਿਤਾ ਖੰਨਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਸ਼ਾਇਦ ਅਕਾਲੀ ਦਲ ਦੇ ਵਿੱਚ ਆ ਸਕਦੇ ਨੇ। ਸੋ ਕਵਿਤਾ ਖੰਨਾ ਦੇ ਕਰਕੇ, ਸਵਰਨ ਸਲਾਰੀਆ ਦੇ ਕਰਕੇ ਤੇ ਜੋਗਿੰਦਰ ਸਲਾਰੀਆ ਦੇ ਕਰਕੇ ਹੁਣ ਜਿਹੜੇ ਅਕਾਲੀ ਦਲ ਦੇ ਪਹਿਲਾਂ ਵਾਲੇ ਟਿਕਟ ਦੀ ਝਾਕ ਦੇ ਵਿੱਚ ਬੈਠੇ ਸੀ ਆਗੂ, ਚਾਹੇ ਉਹ ਸੁੱਚਾ ਸਿੰਘ ਛੋਟੇਪੁਰ ਸੀ, ਰਵੀਕਰਨ ਸਿੰਘ ਕਾਹਲੋਂ ਸੀ, ਗੁਰਬਚਨ ਸਿੰਘ ਬੱਬੇਹਾਲੀ ਸੀ, ਉਹਨਾਂ ਦੀਆਂ ਹੁਣ ਜਿਹੜੀਆਂ ਕਿਆਸ ਰਾਈਆਂ ਨੇ ਜਾਂ ਉਹਨਾਂ ਦੇ ਜਿਹੜੇ ਚਾਂਸਸ ਨੇ ਉਹ ਮੱਧਮ ਪੈ ਰਹੇ ਨੇ ਲਗਾਤਾਰ। ਤੇ ਇਸੇ ਤਰ੍ਹਾਂ ਜੋਗਿੰਦਰ ਸਲਾਰੀਆ ਨੂੰ ਤਾਂ ਕਹਿੰਦੇ ਕਿ ਹੁਣ ਪਿੰਡ ਖਿਆਲਾ ਦੇ ਰਹਿਣ ਵਾਲੇ ਤੇ ਉਹਨਾਂ ਨੂੰ ਸ਼ਾਮਲ ਕੀਤਾ ਜਾਣਾ ਸੀ ਅਕਾਲੀ ਦਲ ਦੇ ਵਿੱਚ, ਪਰ ਉਹਨਾਂ ਦੇ ਪਿਤਾ ਦੀ ਅਚਾਨਕ ਦੇਹਾਂਤ ਹੋ ਗਿਆ ਤੇ ਇਸ ਕਰਕੇ ਸਮਾਗਮ ਮੁਲਤਵੀ ਕਰ ਦਿੱਤਾ ਗਿਆ। ਪੰਥਕ ਲੀਡਰਾਂ ਦੇ ਵਿੱਚ ਵੀ ਡੂੰਘਾ ਰੋਸ ਹੈ ਇਸ ਕਰਕੇ ਕਿ ਸੁੱਚਾ ਸਿੰਘ ਛੋਟੇਪੁਰ ਤਾਂ ਇਸ ਗੱਲ ਤੇ ਟਿੱਪਣੀ ਤੱਕ ਨਹੀਂ ਕਰਨਾ ਚਾਹੁੰਦੇ। ਇੱਕ ਟ੍ਰਿਬਿਊਨ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਕਹਿ ਰਹੇ ਨੇ ਕਿ ਪਾਰਟੀ ਪ੍ਰਧਾਨ ਜਿਹੜਾ ਫੈਸਲਾ ਕਰਨਗੇ ਉਹ ਸਾਨੂੰ ਮਨਜ਼ੂਰ ਹੋਊਗਾ। ਸੋ ਇਹ ਦ੍ਰਿਸ਼ ਹੈ। ਪਰ ਇਹਦੇ ਨਾਲ ਹੁਣ ਆਪਾਂ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਵੀ ਗੌਰ ਕਰੀਏ ਕਿ ਪੰਥਕ ਹਲਕਿਆਂ ਦੇ ਵਿੱਚ ਅਕਾਲੀ ਦਲ ਦੀ ਕੀ ਹਾਲਤ ਸੀਗੀ। ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਕਿ ਭਾਜਪਾ ਦੇ ਖਾਤੇ ਦੇ ਵਿੱਚ ਸੀਗਾ ਕਿਉਂਕਿ ਉਦੋਂ ਗੱਠਜੋੜ ਸੀਗਾ, ਉੱਥੋਂ ਕੈਪਟਨ ਅਮਰਿੰਦਰ ਸਿੰਘ ਜਿੱਤੇ ਸੀਗੇ 2016 ਦੇ ਵਿੱਚ, ਜਿਨ੍ਹਾਂ ਨੇ ਰਿਜ਼ਾਈਨ ਕਰਤਾ ਸੀਗਾ। ਅੰਮ੍ਰਿਤਸਰ ਦੇ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਜਿੱਤੇ ਸੀਗੇ, ਅਕਾਲੀ ਦਲ ਦੀ ਚੰਗੀ ਸਥਿਤੀ ਸੀ। ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਜਿੱਤੇ ਸੀ ਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ। ਇਹ 2014 ਦੇ ਚੋਣ ਨਤੀਜੇ ਆ। ਉਦੋਂ 2012 ਦੇ ਵਿੱਚ ਅਕਾਲੀ ਦਲ ਦੀ ਤਾਜ਼ੀ ਸਰਕਾਰ ਜਿਹੜੀ ਉਹ ਰਿਪੀਟ ਹੋਈ ਸੀ, ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦ੍ਰਿਸ਼ ਬਦਲਿਆ। ਅਕਾਲੀ ਦਲ ਉਹ ਨਹੀਂ ਰਿਹਾ ਜਿਹੜਾ ਅਕਾਲੀ ਦਲ ਦਾ ਰੁਤਬਾ ਸਿਆਸੀ ਤੌਰ ਤੇ ਸੀ। ਤੇ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰੀਆਂ, ਡੇਰਾ ਸਿਰਸਾ ਨੂੰ ਮਾਫੀ ਤੇ ਉਸ ਤੋਂ ਬਾਅਦ ਲਗਾਤਾਰ ਇਹ ਮੁੱਦੇ ਚੱਲਦੇ ਰਹੇ। 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਇਹਨਾਂ ਦੇ ਵਿੱਚ ਅਕਾਲੀ ਦਲ ਇੱਕ ਵੀ ਪੰਥਕ ਸੀਟ ਤੇ ਜਿੱਤਿਆ ਨਹੀਂ, ਚਾਹੇ ਉਹ ਅੰਮ੍ਰਿਤਸਰ ਹੋਵੇ, ਇੱਥੋਂ ਗੁਰਜੀਤ ਸਿੰਘ ਔਜਲਾ ਜਿੱਤੇ, ਚਾਹੇ ਉਹ ਖਡੂਰ ਸਾਹਿਬ ਹੋਵੇ, ਜਸਬੀਰ ਸਿੰਘ ਗਿੱਲ ਜਿੱਤੇ, ਤੇ ਚਾਹੇ ਉਹ ਅਨੰਦਪੁਰ ਸਾਹਿਬ ਹੋਵੇ, ਮਨੀਸ਼ ਤਿਵਾੜੀ ਜਿੱਤੇ, ਤੇ ਚਾਹੇ ਉਹ ਫਤਿਹਗੜ੍ਹ ਸਾਹਿਬ ਹੋਵੇ, ਡਾਕਟਰ ਅਮਰ ਸਿੰਘ ਜਿੱਤੇ। ਸੋ ਕਹਿਣ ਤੋਂ ਭਾਵ ਹੈ ਚਾਰੇ ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਖਾਤੇ ਦੇ ਵਿੱਚ ਚਲੀਆਂ ਗਈਆਂ। ਜਿੱਥੋਂ ਜੇ ਗੱਲ ਕਰੀਏ ਫਿਰੋਜ਼ਪੁਰ ਦੀ ਤਾਂ ਉੱਥੋਂ ਸੁਖਬੀਰ ਸਿੰਘ ਬਾਦਲ ਜਿੱਤੇ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜਿੱਤੇ। ਇਹਨਾਂ ਕੋਲੇ 2 MP ਰਹਿ ਗਏ 2019 ਆਉਂਦਿਆਂ ਤੇ 2022 ਆਉਂਦਿਆਂ ਇਹਨਾਂ ਕੋਲੇ ਸਿਰਫ 3 MLA ਰਹਿ ਗਏ। 2024 ਦੇ ਵਿੱਚ ਜਿਵੇਂ ਆਪਾਂ ਪੰਥਕ ਸੀਟ ਦੀ ਗੱਲ ਕੀਤੀ ਹੈ ਫਤਿਹਗੜ੍ਹ ਸਾਹਿਬ ਦੀ, ਜਾਂ ਜਿਵੇਂ ਆਪਾਂ ਪੰਥਕ ਸੀਟਾਂ ਦੀ ਖਡੂਰ ਸਾਹਿਬ ਦੀ ਗੱਲ ਕੀਤੀ ਹੈ, ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਹੈ, ਜਾਂ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਹੈ, ਤਾਂ ਬੇਸ਼ੱਕ ਲੋਕ ਕਹਿਣਗੇ ਕਿ ਜਿਓਗ੍ਰਾਫੀਕਲੀ ਇੱਥੇ ਹੋਰ ਵੀ ਬਥੇਰੇ ਵੋਟ ਬੈਂਕ ਨੇ ਜਿਹੜੇ ਪ੍ਰਭਾਵਿਤ ਕਰਦੇ ਨੇ ਚੋਣ ਨਤੀਜਿਆਂ ਨੂੰ, ਪਰ ਕਿਉਂਕਿ ਇਹ ਪੰਥਕ ਹਲਕੇ ਗਿਣੇ ਜਾਂਦੇ ਨੇ ਤੇ ਇਸ ਕਰਕੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਪੰਥਕ ਨੁਮਾਇੰਦਾ ਜਮਾਤ ਅਖਵਾਉਣ ਵਾਲੇ ਅਕਾਲੀ ਦਲ ਦੇ ਲਈ ਇੱਕ ਵੱਡੀ ਚੁਣੌਤੀ ਹੈ ਕਿ ਇਹਨਾਂ ਸੀਟਾਂ ਤੇ ਆਪਣਾ ਰੁਤਬਾ, ਆਪਣਾ ਦਬਦਬਾ ਬਹਾਲ ਕਿਵੇਂ ਕੀਤਾ ਜਾਵੇ, ਉਹ ਵੀ ਜਦੋਂ ਉਹ ਭਾਜਪਾ ਦੀ ਨਾਲ ਅਲਾਇੰਸ ਦੇ ਵਿੱਚ ਨਹੀਂ, ਜਦੋਂ ਉਹ ਭਾਜਪਾ ਦੇ ਨਾਲੋਂ ਅਲੱਗਾ ਹੋ ਕੇ ਚੋਣਾਂ ਲੜ ਰਹੇ ਨੇ। ਤਾਂ ਪਰ ਸਵਾਲ ਉਵੇਂ ਨੇ ਕਿ ਅਕਾਲੀ ਦਲ ਤੋਂ ਇਹ ਪੰਥਕ ਰੁਤਬਾ ਮਰਤਬਾ ਕਿਉਂ ਖੁੱਸਿਆ, ਲੋਕ ਜਿਹੜੇ ਜੇਲ੍ਹਾਂ ਕੱਟਦੇ ਸੀ ਅਕਾਲੀ ਦਲ ਦੇ ਲਈ ਉਹ ਅੱਜ ਕੱਲ੍ਹ ਅਕਾਲੀ ਦਲ ਨੂੰ ਵੋਟਾਂ ਵੀ ਪਾਉਣੋਂ ਕਿਉਂ ਹਟ ਗਏ ਨੇ। ਇਹ ਅਕਾਲੀ ਦਲ ਦੇ ਪ੍ਰਧਾਨ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਲਈ ਇੱਕ ਉਹ ਸਵਾਲ ਨੇ ਜਿਨ੍ਹਾਂ ਨੂੰ ਐਡਰੈਸ ਕੀਤਿਆਂ ਬਿਨਾਂ, ਜਿਨ੍ਹਾਂ ਤੇ ਚਰਚਾ ਕੀਤਿਆਂ ਬਿਨਾਂ ਸ਼ਾਇਦ ਅੱਗੇ ਵਧਣਾ ਮੁਮਕਿਨ ਨਹੀਂ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।